ਖੇਤੀਬਾੜੀ ਨਾਲ ਸੰਬੰਧਿਤ ਤਿੰਨੇ ਆਰਡੀਨੈਂਸ ਬਿੱਲ ਵਜੋਂ ਹੁਣ ਪਾਸ ਹੋ ਗਏ ਨੇ। ਲੋਕ ਸਭਾ ਵਿੱਚ ਵੀ ਤੇ ਰਾਜ ਸਭਾ ਵਿੱਚ ਵੀ ਰਾਸ਼ਟਰਪਤੀ ਦੀ ਮੋਹਰ ਲੱਗਦਿਆਂ ਹੀ ਇਹ ਬਿੱਲ ਕਾਨੂੰਨ ਬਣ ਜਾਣਗੇ। ਪਰ ਹਾਲੇ ਵੀ ਕਿਸਾਨਾਂ ਦੀ ਕੋਸ਼ਿਸ਼ ਹੈ ਕਿ ਸੜਕਾਂ ਤੇ ਨਿੱਤਰ ਕੇ ਇਹਨਾਂ ਬਿੱਲਾਂ ਨੂੰ ਕਾਨੂੰਨੀ ਰੂਪ 'ਚ ਲਿਆਂਦੇ ਜਾਣ ਤੋਂ ਰੋਕਿਆ ਜਾ ਸਕੇ। ਤੁਹਾਨੂੰ ਇਸ ਖਾਸ ਰਿਪੋਰਟ ਜ਼ਰੀਏ ਵਿਖਾਉਂਦੇ ਹਾਂ ਇਹਨਾਂ ਖੇਤੀਬਾੜੀ ਬਿੱਲਾਂ ਉੱਤੇ ਸਰਕਾਰ ਦਾ ਦਾਅਵਾ, ਕਿਸਾਨਾਂ ਦੇ ਖਦਸ਼ੇ। ਖਾਸ ਰਿਪੋर्ट देखो। ਰਾਜ ਸਭਾ ਦੇ ਵਿੱਚ ਮੰਗਲਵਾਰ ਨੂੰ ਜ਼ਰੂਰੀ ਵਸਤਾਂ ਅਧਿਨਿਯਮ ਸੋਧ ਬਿੱਲ ਪਾਸ ਹੋਣ ਦੇ ਨਾਲ ਹੀ ਹੁਣ ਪਾਰਲੀਮੈਂਟ ਦੇ ਦੋਹੇ ਸਦਨਾਂ ਵਿੱਚ ਖੇਤੀਬਾੜੀ ਨਾਲ ਸੰਬੰਧਿਤ ਤਿੰਨੋਂ ਬਿੱਲ ਪਾਸ ਹੋ ਗਏ ਨੇ। ਸਰਕਾਰ ਦਾਅਵਾ ਕਰ ਰਹੀ ਹੈ ਕਿ ਹੁਣ ਕਿਸਾਨ ਦੀ ਕਿਸਮਤ ਬਦਲ ਜਾਏਗੀ, ਪਰ ਕਿਸਾਨ ਸਰਕਾਰੀ ਦਾਅਵੇ ਤੇ ਭਰੋਸਾ ਨਹੀਂ ਜੁਟਾ ਪਾ ਰਹੇ। ਅੰਦਾਤਾ ਦਾ ਕਹਿਣਾ ਹੈ ਕਿ ਸਰਕਾਰ ਉਸ ਪੂੰਜੀਪਤੀ ਪ੍ਰਥਾ ਦਾ ਸਮਰਥਨ ਕਰ ਰਹੀ ਹੈ ਜੋ ਆਜ਼ਾਦੀ ਤੋਂ ਪਹਿਲਾਂ ਪ੍ਰਭਾਵਸ਼ਾਲੀ ਸੀ, ਪਰ ਸਰਕਾਰ ਇਹਨਾਂ ਬਿੱਲਾਂ ਨੂੰ ਕਿਸਾਨ ਹਿਤੈਸ਼ੀ ਦੱਸ ਕੇ ਮੁਬਾਰਕਬਾਦ ਦੇ ਰਹੀ ਹੈ। ਪੀਟੀਸੀ ਨਿਊਜ਼ ਤੁਹਾਨੂੰ ਸਰਕਾਰ ਦੇ ਦਾਅਵੇ ਦੀ ਹਕੀਕਤ ਦੱਸੇਗਾ ਅਤੇ ਕਿਸਾਨਾਂ ਦੇ ਖਦਸ਼ਿਆਂ ਤੋਂ ਵੀ ਰੂਬਰੂ ਕਰਾਏਗਾ ਤਾਂ ਜੋ ਇਹਨਾਂ ਬਿੱਲਾਂ ਦੇ ਹੋਣ ਵਾਲੇ ਕਥਿਤ ਫਾਇਦਿਆਂ ਅਤੇ ਨੁਕਸਾਨ ਨੂੰ ਗੌਰ ਨਾਲ ਸਮਝਿਆ ਜਾ ਸਕੇ। ਤਾਜ਼ਾ ਹਾਲਾਤ ਵੀ ਦੱਸਾਂਗੇ ਤੇ ਅੰਕੜੇ ਵੀ ਪੇਸ਼ ਕਰਾਂਗੇ ਤਾਂ ਜੋ ਮੰਡੀਕਰਨ ਢਾਂਚੇ ਅਤੇ ਆੜ੍ਹਤੀਆਂ ਦੀ ਹਾਲਤ ਨੂੰ ਤੁਸੀਂ ਬਖੂਬੀ ਸਮਝ ਸਕੋ। ਸਭ ਤੋਂ ਪਹਿਲਾਂ ਕੇਂਦਰ ਦੇ ਦਾਅਵੇ ਦੀ ਗੱਲ ਕਰਦੇ ਹਾਂ। ਕੇਂਦਰ ਸਰਕਾਰ ਦਾ ਤਰਕ ਹੈ ਕਿ ਇਹਨਾਂ ਤਿੰਨਾਂ ਬਿੱਲਾਂ ਦੇ ਪਾਸ ਹੋਣ ਨਾਲ ਕਿਸਾਨ ਨੂੰ ਫਸਲ ਵੇਚਣ ਲਈ ਖੁੱਲ੍ਹਾ ਬਾਜ਼ਾਰ ਮਿਲੇਗਾ ਅਤੇ ਮਨਮਰਜ਼ੀ ਮੁਤਾਬਿਕ ਕੀਮਤ ਮਿਲੇਗੀ। ਬਾਜ਼ਾਰ ਵਿੱਚ ਖਰੀਦਦਾਰ ਜ਼ਿਆਦਾ ਹੋਣ ਨਾਲ ਕਿਸਾਨ ਆਪਣੀ ਮਰਜ਼ੀ ਦਾ ਖਰੀਦਦਾਰ ਵੀ ਚੁਣ ਸਕੇਗਾ। ਸਾਲ 2022 ਤੱਕ ਕਿਸਾਨ ਦੀ ਆਮਦਨ ਦੁੱਗਣੀ ਹੋ ਜਾਏਗੀ। ਕਿਸਾਨ ਅਤੇ ਖਰੀਦਦਾਰ ਵਿਚਕਾਰ ਸਿੱਧੇ ਸੌਦੇ ਨਾਲ ਦਲਾਲੀ ਪ੍ਰਥਾ ਖਤਮ ਹੋ ਜਾਏਗੀ। ਕਿਸਾਨ ਇੱਕ ਹੀ ਮੰਡੀ ਵਿੱਚ ਫਸਲ ਵੇਚਣ ਨੂੰ ਮਜਬੂਰ ਨਹੀਂ ਰਹੇਗਾ, ਕਿਸੇ ਵੀ ਸੂਬੇ ਵਿੱਚ ਜਾ ਕੇ ਆਪਣੀ ਫਸਲ ਵੇਚ ਸਕੇਗਾ। ਐਮਐਸਪੀ ਤੇ ਸਰਕਾਰੀ ਖਰੀਦ ਜਾਰੀ ਰਹੇਗੀ, ਪਰ ਜੇਕਰ ਕਿਸਾਨ ਨੂੰ ਮੰਡੀ ਤੋਂ ਬਾਹਰ ਜ਼ਿਆਦਾ ਕੀਮਤ ਮਿਲੇ ਤਾਂ ਆਪਣੀ ਜਿਨਸ ਵੇਚ ਸਕੇਗਾ। ਉਦਯੋਗਿਕ ਘਰਾਣਿਆਂ ਨਾਲ ਕੰਟਰੈਕਟ ਫਾਰਮਿੰਗ ਦੇ ਜ਼ਰੀਏ ਅਤ ਆਧੁਨਿਕ ਤਕਨੀਕਾਂ, ਉੱਤਮ ਬੀਜ ਅਤੇ ਹੋਰ ਸਹੂਲਤ ਕਿਸਾਨ ਤੱਕ ਪਹੁੰਚ ਸਕਣਗੇ। ਸਰਕਾਰ ਦਾ ਦਾਅਵਾ ਹੈ ਕਿ ਐਮਐਸਪੀ ਸਿਰਫ ਪ੍ਰਸ਼ਾਸਨਿਕ ਵਿਵਸਥਾ ਹੈ। ਐਮਐਸਪੀ ਨਾਲ ਸੰਬੰਧਿਤ ਦੇਸ਼ ਵਿੱਚ ਕੋਈ ਕਾਨੂੰਨ ਨਹੀਂ, ਇਸ ਲਈ ਨਵੇਂ ਬਿੱਲ ਵਿੱਚ ਵੀ ਇਸ ਦਾ ਜ਼ਿਕਰ ਨਹੀਂ ਕੀਤਾ ਗਿਆ। ਹੁਣ ਤੁਹਾਨੂੰ ਦੱਸਦੇ ਹਾਂ ਕਿ ਬਿੱਲਾਂ ਦਾ ਵਿਰੋਧ ਕਿਸਾਨ ਅਤੇ ਕੁਝ ਰਾਜਨੀਤਿਕ ਪਾਰਟੀਆਂ ਕਿਉਂ ਕਰ ਰਹੀਆਂ ਨੇ। ਸਭ ਤੋਂ ਵੱਡਾ ਡਰ ਖੇਤੀ ਵਿੱਚ ਨਿੱਜੀ ਉਦਯੋਗਿਕ ਘਰਾਣਿਆਂ ਦੇ ਆਉਣ ਨਾਲ ਕਿਸਾਨਾਂ ਦੇ ਸ਼ੋਸ਼ਣ ਦਾ ਹੈ। ਭੰਡਾਰਨ ਦੀ ਸੀਮਾ ਖਤਮ ਕਰਨ ਦੇ ਨਾਲ ਹੋਰਡਿੰਗ ਅਤੇ ਕਾਲਾ ਬਾਜ਼ਾਰੀ ਦੇ ਉਤਸ਼ਾਹਿਤ ਹੋਣ ਦਾ ਡਰ ਹੈ। ਬਿੱਲਾਂ ਵਿੱਚ ਐਮਐਸਪੀ ਤੇ ਖਰੀਦ ਦਾ ਕੋਈ ਜ਼ਿਕਰ ਨਾ ਹੋਣ ਕਾਰਨ ਕਿਸਾਨਾਂ ਨੂੰ ਲੱਗ ਰਿਹਾ ਹੈ ਕਿ ਐਮਐਸਪੀ ਖਤਮ ਹੋ ਜਾਏਗੀ। ਫਾਰਮ ਕੰਟਰੈਕਟਿੰਗ ਯਾਨੀ ਠੇਕੇਦਾਰੀ ਪ੍ਰਥਾ ਨੂੰ ਉਤਸ਼ਾਹ ਮਿਲਣ ਨਾਲ ਕਿਸਾਨ ਦੀ ਜ਼ਮੀਨ ਤੇ ਕਬਜ਼ੇ ਦਾ ਡਰ ਹੋਏਗਾ। ਮੰਡੀਕਰਨ ਸਿਸਟਮ ਖਤਮ ਹੋਣ ਨਾਲ ਸੂਬਾ ਸਰਕਾਰਾਂ ਦੀ ਆਮਦਨ ਵਿੱਚ ਵੱਡਾ ਘਾਟਾ ਹੋਏਗਾ। ਮੰਡੀਕਰਨ ਸਿਸਟਮ ਖਤਮ ਕਰਨ ਨੂੰ ਸੂਬਾ ਸਰਕਾਰਾਂ ਸੰਘੀ ਢਾਂਚੇ ਤੇ ਵਾਰ ਕਰਾਰ ਦੇ ਰਹੀਆਂ ਨੇ। ਮੰਡੀਕਰਨ ਖਤਮ ਹੋਣ ਨਾਲ ਆੜ੍ਹਤੀਆਂ ਨੂੰ ਮਿਲਣ ਵਾਲਾ 2.5% ਕਮਿਸ਼ਨ ਵੀ ਖਤਮ ਹੋ ਜਾਏਗਾ। ਛੋਟੇ ਕਿਸਾਨ, ਆੜ੍ਹਤੀ ਅਤੇ ਖੇਤ ਮਜ਼ਦੂਰ ਸਭ ਤੋਂ ਵੱਧ ਮਾਰ ਹੇਠ ਆਉਣਗੇ। ਹੁਣ ਤੁਹਾਨੂੰ ਦੱਸਦੇ ਹਾਂ ਕਿ ਖੇਤੀਬਾੜੀ ਬਿੱਲਾਂ ਦੇ ਪਾਸ ਹੋਣ ਨਾਲ ਅਜਿਹਾ ਕੀ ਹੋ ਰਿਹਾ ਹੈ ਜਿਸ ਨਾਲ ਕਿਸਾਨ ਰੋਹ ਵਿੱਚ ਨੇ। ਬਿੱਲ ਪਾਸ ਹੋਣ ਨਾਲ ਹੁਣ ਕੋਈ ਵੀ ਪੈਨ ਕਾਰਡ ਧਾਰਕ ਬਿਨਾਂ ਕਿਸੇ ਸਰਕਾਰੀ ਏਜੰਸੀ ਦੇ ਦਖਲ ਦੇ ਸਿੱਧੇ ਕਿਸਾਨ ਤੋਂ ਫਸਲ ਖਰੀਦ ਸਕੇਗਾ, ਯਾਨੀ ਬਾਜ਼ਾਰ ਦਾ ਨਿੱਜੀਕਰਨ। ਵੱਡੇ ਘਰਾਣੇ ਸਿੱਧੇ ਕਿਸਾਨ ਤੋਂ ਫਸਲ ਦੀ ਖਰੀਦ ਕਰ ਸਕਣਗੇ ਅਤੇ ਆਪਣੀ ਮਨਮਰਜ਼ੀ ਮੁਤਾਬਿਕ। ਕਿਸਾਨ ਨੂੰ ਮੰਡੀ ਵਿੱਚ ਜਾ ਕੇ ਫਸਲ ਵੇਚਣਾ ਲਾਜ਼ਮੀ ਨਹੀਂ ਹੋਏਗਾ। ਕਿਸਾਨ ਕਿਸੇ ਵੀ ਸੂਬੇ ਵਿੱਚ ਆਪਣੀ ਫਸਲ ਵੇਚਣ ਲਈ ਆਜ਼ਾਦ ਹੋਏਗਾ, ਪਰ ਸਵਾਲ ਇਹ ਹੈ ਕਿ ਛੋਟਾ ਕਿਸਾਨ ਆਪਣੀ ਫਸਲ ਨੂੰ ਲੈ ਕੇ ਕਿਵੇਂ ਦੂਰ ਦਰਾਡੇ ਦੀ ਮਾਰਕੀਟ ਤੱਕ ਜਾਏਗਾ। ਟਰਾਂਸਪੋਰਟ ਦਾ ਖਰਚਾ ਕੌਣ ਚੱਲੇਗਾ ਕਿ ਉਸ ਨੂੰ ਆਪਣੀ ਫਸਲ ਦੀ ਕੀਮਤ ਮਨ ਮੁਤਾਬਿਕ ਪਾਉਣ ਲਈ ਹੋਰ ਖਰਚੇ ਨਹੀਂ ਕਰਨੇ ਪੈਣਗੇ। ਜ਼ਰੂਰੀ ਵਸਤਾਂ ਬਿੱਲ ਪਾਸ ਹੋਣ ਨਾਲ ਕਣਕ, ਚਾਵਲ, ਪਿਆਜ਼, ਆਲੂ, ਤੇਲ ਅਤੇ ਦਾਲਾਂ ਜ਼ਰੂਰੀ ਵਸਤਾਂ ਦੀ ਸ਼੍ਰੇਣੀ ਚੋਂ ਬਾਹਰ ਹੋ ਜਾਣਗੀਆਂ। ਇਸ ਦਾ ਮਤਲਬ ਇਹ ਹੋਇਆ ਕਿ ਜ਼ਰੂਰੀ ਵਸਤਾਂ ਸੋਧ ਬਿੱਲ ਰਾਹੀਂ ਅਨਾਜ, ਚਾਵਲ ਅਤੇ ਇਹਨਾਂ ਵਸਤਾਂ ਦੇ ਭੰਡਾਰਨ ਦੀ ਸੀਮਾ ਖਤਮ ਹੋ ਜਾਏਗੀ, ਜੋ ਸਿੱਧੇ ਕਾਲਾ ਬਾਜ਼ਾਰੀ ਅਤੇ ਹੋਰਡਿੰਗ ਨੂੰ ਸੱਦਾ ਹੈ।
ਪ੍ਰਾਈਵੇਟ ਬਾਇਰ ਸਿੱਧੇ ਕਿਸਾਨ ਤੋਂ ਖਰੀਦ ਕਰਨਗੇ ਤਾਂ ਮੰਡੀਕਰਨ ਵਿਵਸਥਾ ਖਤਮ ਹੋ ਜਾਏਗੀ, ਯਾਨੀ ਸੂਬਾ ਸਰਕਾਰਾਂ ਵੱਲੋਂ ਵਸੂਲੇ ਜਾਂਦੇ ਮੰਡੀ ਟੈਕਸ ਖਤਮ ਹੋ ਜਾਣਗੇ। ਖਰੀਦਦਾਰ ਅਤੇ ਕਿਸਾਨ ਵਿਚਾਲੇ ਵਿਵਾਦ ਐਸਡੀਐਮ ਦੇ ਪੱਧਰ ਤੇ ਹੱਲ ਕੀਤੇ ਜਾਣਗੇ। ਕਿਸਾਨ ਨੂੰ ਫਸਲ ਦੀ ਅਦਾਇਗੀ 3 ਦਿਨ ਦੇ ਅੰਦਰ ਕਰਨੀ ਲਾਜ਼ਮੀ ਹੋਏਗੀ। ਜੇਕਰ ਕਿਸਾਨ ਦੇ ਖਦਸ਼ਿਆਂ ਨੂੰ ਪੰਜਾਬ ਦੇ ਸੰਦਰਭ ਵਿੱਚ ਵੇਖੀਏ ਤਾਂ ਇਹ ਕਾਫੀ ਹੱਦ ਤੱਕ ਸਹੀ ਵੀ ਸਾਬਿਤ ਹੋ ਰਹੇ ਨੇ। ਕੇਂਦਰ ਸਰਕਾਰ ਦੀ ਖਰੀਦ ਏਜੰਸੀ ਫੂਡ ਕਾਰਪੋਰੇਸ਼ਨ ਆਫ ਇੰਡੀਆ ਪਹਿਲਾਂ ਹੀ ਖਰੀਦ ਘੱਟ ਕਰ ਰਹੀ ਹੈ। ਇਸ ਸਾਲ ਦੀ ਗੱਲ ਕਰੀਏ ਤਾਂ ਐਫਸੀਆਈ ਨੇ ਪੰਜਾਬ ਚੋਂ 127.14 ਲੱਖ ਮੀਟ੍ਰਿਕ ਟਨ ਦੀ ਖਰੀਦ ਕੀਤੀ, ਜਦੋਂ ਕਿ ਹਰਿਆਣਾ ਚੋਂ 74 ਲੱਖ ਮੀਟ੍ਰਿਕ ਟਨ ਅਤੇ ਯੂਪੀ ਵਿੱਚੋਂ 35.77 ਲੱਖ ਮੀਟ੍ਰਿਕ ਟਨ ਕਣਕ ਖਰੀਦੀ ਗਈ। ਸਾਲ 2019-20 ਦੀ ਗੱਲ ਕਰੀਏ ਤਾਂ ਅੰਕੜੇ ਦੱਸਦੇ ਨੇ ਕਿ ਪੰਜਾਬ ਵਿੱਚੋਂ ਕਣਕ ਦੀ ਖਰੀਦ ਪਿਛਲੇ ਸਾਲ 129.12 ਲੱਖ ਮੀਟ੍ਰਿਕ ਟਨ ਸੀ। ਹਰਿਆਣਾ ਚੋਂ 93.20 ਅਤੇ ਯੂਪੀ ਵਿੱਚ 37 ਲੱਖ ਮੀਟ੍ਰਿਕ ਟਨ ਦੀ ਖਰੀਦ ਹੋਈ, ਜੋ ਵੱਡਾ ਫਰਕ ਹੈ। ਬੇਸ਼ੱਕ ਕੇਂਦਰ ਦਾ ਦਾਅਵਾ ਕੋਈ ਵੀ ਹੋਵੇ, ਪਰ ਜ਼ਮੀਨੀ ਹਕੀਕਤ ਫਰੋਲੀਏ ਤਾਂ ਪਤਾ ਲੱਗਦਾ ਹੈ ਕਿ ਨਵੇਂ ਖੇਤੀਬਾੜੀ ਐਕਟ ਨਾਲ ਮੰਡੀ ਬੋਰਡ ਨੂੰ ਪ੍ਰਤੀ ਕੁਇੰਟਲ ਪਿੱਛੇ ਮਿਲਣ ਵਾਲੀ 57.75 ਪੈਸੇ ਫੀਸ ਖਤਮ ਹੋ ਜਾਏਗੀ। ਆਰਡੀਐਫ यानी कि रूरल डेवलपमेंट फंड जो प्रति क्विंटल 3% के हिसाब नाल 57.75 रुपए बनता है, वो खत्म हो जाएगा। ਅਤੇ ਨਾਲ ही दामी के रूप में आड़ती ਨੂੰ मिलण वाला 2.5% कमीशन जो कि प्रति क्विंटल 48 रुपए 12 पैसे बनता है, वो भी बंद हो जाएगा। मंडी की व्यवस्था साम संभाल यकीनन रूप में टुटेगी, जो आने वाले दिनों में किसान ते ही भारी पएगी। ब्यूरो रिपोर्ट, PTC न्यूज़, चंडीगढ़।